ਮਾਇਆ ਨਾ ਜਿਹੜੀ ਗੁਜਰਾਨ ਆ, ਇਹ ਇਕੱਠੀ ਜਿੰਨੀ ਮਰਜ਼ੀ ਕਰ ਲਓ। ਸਿਕੰਦਰ ਵੀ ਖਾਲੀ ਹੱਥ ਗਿਆ ਹੈ, ਰਾਵਣ ਵਰਗੇ ਤੁਰ ਗਏ ਇੱਥੇ ਲੰਕਾ ਦੇ ਮਾਲਕ ਸੀ। ਇਹ ਜਦੋਂ ਬੰਦੇ ਦੀ ਫੂਕ ਨਿਕਲ ਗਈ ਨਾ, ਮਗਰੋਂ ਨਹੀਂ ਪੁੱਛਣਾ ਕਿਸੇ ਨੇ। ਬਾਬੇ ਨਾਨਕ ਨੂੰ ਕਹਿੰਦੇ ਵੀ ਸੱਚੇ ਪਾਤਸ਼ਾਹ ਤੂੰ ਲਿਆ ਕੇ ਸੱਚੀ ਸੇਵਾ ਤੇ ਲਾਇਆ, ਪਰ ਹੁਣ ਰੱਖੀ ਇੱਥੇ, ਲਈ ਜਾਈ ਸੇਵਾ। ਸਕੂਨ ਹੈ ਇੱਥੇ, ਬੋਰਡ ਥੱਲੇ ਵੀ ਬੈਠੇ ਹੋਏ ਹੋ, ਸੇਵਾ ਵੀ ਕਰ ਰਹੇ ਹੋ। ਇਹ ਜੇ ਆਪਦਾ ਇੱਥੇ ਧੀ ਪੁੱਤ ਨਹੀਂ ਬਚਿਆ ਤੇ ਇਹ ਵੀ ਤਾਂ ਧੀ ਪੁੱਤ ਹੀ ਨੇ ਜਿਹੜੇ ਖਾਂਦੇ ਪੀਂਦੇ ਨੇ ਸਾਰਾ ਖਾ ਕੇ ਵੀ ਬਾਪੂ ਲੰਗਰ ਲਾਉਂਦਾ, ਬਾਪੂ ਲੰਗਰ ਲਾਉਂਦਾ। ਤਾਂ ਤੁਹਾਡੇ ਕਦੀ ਪਰਿਵਾਰ ਦੇ ਵੱਲੋਂ ਨਹੀਂ ਹੋਇਆ ਕੋਈ ਇਤਰਾਜ਼ ਜਤਾਇਆ ਹੋਵੇ ਕਿ ਕਿਉਂ ਤੁਸੀਂ ਜ਼ਮੀਨ ਜਿਹੜੀ ਹੈਗੀ ਹੈ ਉਹ ਐਸੇ ਤਰੀਕੇ ਦੇ ਨਾਲ ਦੇ ਰਹੇ ਹੈਗੇ ਹੋ? ਤਾਂ ਕਦੀ ਇਸ ਚੀਜ਼ ਨੂੰ ਲੈ ਕੇ ਮਨ ਦੇ ਵਿੱਚ ਜਾਂ ਕੋਈ ਸਵਾਲ ਨਹੀਂ? ਕਿਸੇ ਨੂੰ ਅਟੈਕ ਹੋ ਗਿਆ, ਕਿਸੇ ਨੂੰ ਕੁਛ ਹੋ ਗਿਆ। ਕੋਈ ਜੀ ਨਹੀਂ ਬਚਿਆ ਪਰਿਵਾਰ ਦੇ ਵਿੱਚ? ਇੱਕ ਮੈਂ ਆ ਤੇ ਇੱਕ 2 ਭਰਜਾਈਆਂ ਨੇ, ਇੱਕ ਬੱਚੀ ਆ, ਉਹ 6 ਬਾਹਰ ਆ ਕੈਨੇਡਾ 'ਚ। ਤੁਸੀਂ ਮੰਨਣਾ 350 ਤੋਂ ਲੀਟਰ ਤੋਂ ਉੱਤੇ ਚਾਹ ਲੱਗਦੀ ਹੈ। ਤੜਕੇ 6:30 ਵਜੇ 7 ਵਜੇ ਚਾਹ ਆ ਜਾਂਦੀ ਹੈ ਅਤੇ ਘੱਟੋ ਘੱਟ ਪਾਈਏ ਤੋਂ ਉੱਤੇ ਹਰੇਕ ਨੇ ਪੀਣੀ ਹੈ। ਇਹ ਚੀਜ਼ ਨਾ ਹੁੰਦੀ ਜ਼ਿੰਦਗੀ ਦੇ ਵਿੱਚ, ਇਹ ਮੋੜ ਨਾ ਆਏ ਹੁੰਦੇ ਤਾਂ ਕੀ ਸੋਚਿਆ ਸੀ ਕਿ ਜ਼ਿੰਦਗੀ 'ਚ ਕੀ ਕਰਨਾ ਹੈ? ਕੀ ਤੁਸੀਂ ਕੋਈ ਏਮ ਸੋਚਿਆ ਸੀ ਕਿ ਕਾਰੋਬਾਰੀ ਬਣਨਾ ਹੈ? ਕੀ ਤੁਹਾਡੇ ਦਿਮਾਗ ਦੇ ਵਿੱਚ ਉਹ ਚੀਜ਼ਾਂ ਸੀਗੀਆਂ ਜਦੋਂ ਆਪ ਤੁਸੀਂ ਨੌਜਵਾਨ ਸੀਗੇ? ਤਾਂ ਕੀ ਤੁਹਾਡੇ ਮਨਾਂ ਦੇ ਵਿੱਚ ਖਿਆਲ ਚੱਲਦਾ? ਇੱਥੇ ਹੁਣ ਸਾਡੇ ਖੇਤ ਸੀ, ਅਸੀਂ ਖੇਡਦੇ ਹੀ ਰਹੇ ਹਾਂ ਇੱਥੇ। ਤਾਂ ਇਹ ਕੀ ਸੋਚਿਆ ਸੀ ਵੀ ਇਹ ਬੋਰਡ ਥੱਲੇ ਕਿਤੇ 24 ਘੰਟੇ ਲੰਗਰ ਵੀ ਲੱਗੀ ਜਾਏਗਾ। ਜਿਹੜੇ ਮੈਡੀਕਲ ਲਾਈਨ ਵਾਲੇ ਲੋਕ ਹੈ, ਤੁਹਾਡੇ ਚੈਨਲ ਦੇ ਥਰੂ ਮੈਂ ਉਹਨਾਂ ਨੂੰ ਇਹ ਗੱਲ ਕਹਿੰਦਾ ਵੀ ਮਾੜਾ ਜਿਹਾ ਮੇਰੇ ਨਾਲ ਕੋਈ ਰਾਬਤਾ ਕਰੇ। ਜ਼ਮੀਨ ਮੇਰੀ ਹੈਗੀ ਹੈ, ਜਿਹੜਾ ਇਹ ਕਹਿੰਦੇ ਨੇ ਕੋਈ ਮੋਦੀ ਖਾਨਾ ਦਵਾਈਆਂ ਵਾਲਾ ਵੀ ਸਸਤੀਆਂ ਦਵਾਈਆਂ। ਕਿ ਕਮਰਸ਼ੀਅਲ ਤੌਰ ਦੇ ਉੱਤੇ ਤਾਂ ਚੀਜ਼ਾਂ ਸਾਰੀਆਂ ਹੁੰਦੀਆਂ ਨੇ, ਜੇ ਅੰਦਰ ਕੰਟੀਨਾਂ ਬਣਾਈਆਂ ਹੋਣਗੀਆਂ ਉਹਨਾਂ ਨੂੰ ਹੋਊਗਾ ਕਿ ਉੱਥੋਂ ਹੀ ਉਹਨਾਂ ਦਾ ਜਿਹੜਾ ਖਰਚਾ ਪਾਣੀ ਉਹ ਨਿਕਲੇ, ਪਰ ਲੰਗਰ ਜਿੱਥੇ ਮਿਲ ਗਿਆ ਤਾਂ ਉਹ ਫਿਰ ਅਮੂਮਨ ਜੀ ਗੱਲ ਹੈ ਕਿ ਮਰੀਜ਼ਾਂ ਨੇ ਇੱਥੇ ਹੀ ਆਉਣਾ। ਤਾਂ ਇਸ ਨੂੰ ਲੈ ਕੇ ਕਦੀ ਕੋਈ ਦਿੱਕਤ ਆਈ? ਲੰਗਰ ਲਗਾਉਣ ਤੋਂ ਬਾਅਦ ਹੁਣ ਤੁਹਾਨੂੰ ਪਤਾ ਵੀ ਕੰਟੀਨ ਵੀ ਅਜੇ ਠੇਕੇ ਨਹੀਂ ਚੜ੍ਹੀ। ਉਹ ਸਾਹਮਣੇ ਕੈਫੇਟੇਰੀਆ ਹੈ, ਉਹ ਵੀ ਨਹੀਂ ਠੇਕੇ ਚੜ੍ਹਿਆ। ਉਹ ਇੱਧਰ ਅਮੂਲ ਵਾਲਿਆਂ ਦਾ ਖੋਖਾ ਜਿਹਾ ਉਹ ਸਾਹਮਣੇ, ਉੱਥੇ ਵੀ ਜਿੰਨਾ ਚਿਰ ਲੰਗਰ ਚੱਲਦਾ ਕੋਈ ਬੰਦਾ ਨਹੀਂ ਜਾਂਦਾ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵੱਲੋਂ ਸ਼ੁਰੂ ਕੀਤੀ ਗਈ ਲੰਗਰ ਦੀ ਸੇਵਾ ਅੱਜ ਵੀ ਵੱਖ-ਵੱਖ ਦੇਸ਼ਾਂ ਦੇ ਵਿੱਚ, ਵੱਖ-ਵੱਖ ਗੁਰਦੁਆਰਿਆਂ ਦੇ ਵਿੱਚ ਔਰ ਵੱਖ-ਵੱਖ ਥਾਵਾਂ ਦੇ ਵਿੱਚ ਉਸੇ ਤਰੀਕੇ ਨਾਲ ਨਿਰੰਤਰ ਜਾਰੀ ਹੈ। ਔਰ ਅੱਜ ਅਸੀਂ ਬਠਿੰਡਾ ਦੇ ਏਮਜ਼ ਹਸਪਤਾਲ ਦੇ ਵਿੱਚ ਪਹੁੰਚੇ ਹਾਂ। ਹਾਲਾਂਕਿ ਇਸ ਹਸਪਤਾਲ ਨੇ ਜਿੱਥੇ ਕਈ ਲੋਕਾਂ ਨੂੰ ਬਿਮਾਰੀਆਂ ਤੋਂ ਨਜਿੱਠਣ ਦੇ ਲਈ ਇੱਕ ਰਾਹਤ ਦਿੱਤੀ ਹੈ, ਉੱਥੇ ਹੀ ਗੱਲ ਕਰੀਏ ਇਸੀ ਪਿੰਡ ਦੇ, ਇਸੀ ਇਲਾਕੇ ਦੇ ਇੱਕ ਨਾਮਵਰ ਵਿਅਕਤੀ ਸ਼ੁਬੇਗ ਸਿੰਘ ਉਹਨਾਂ ਦੀ। ਤਾਂ ਬਾਬਾ ਸ਼ੁਬੇਗ ਸਿੰਘ ਉਹਨਾਂ ਨੂੰ ਅੱਜ ਅਸੀਂ ਮਿਲਾਂਗੇ, ਉਹਨਾਂ ਨਾਲ ਮੁਲਾਕਾਤ ਕਰਾਂਗੇ। ਔਰ ਉਹਨਾਂ ਦੇ ਨਾਲ ਮੁਲਾਕਾਤ ਕਰਨ ਦਾ ਮੁੱਖ ਕਾਰਨ ਇਹ ਹੈ ਕਿ ਜਿੱਥੇ ਲੋਕ ਬਿਮਾਰੀਆਂ ਲੈ ਕੇ ਪਰੇਸ਼ਾਨ ਹੋ ਕੇ ਹਸਪਤਾਲਾਂ ਦੇ ਵਿੱਚ ਪਹੁੰਚਦੇ ਨੇ, ਤਾਂ ਉਹਨਾਂ ਦੇ ਲਈ ਇਸ ਦੁੱਖ ਦੀ ਘੜੀ ਦੇ ਵਿੱਚ ਮਸੀਹਾ ਬਣ ਕੇ ਉਹਨਾਂ ਦਾ ਸਾਥ ਦਿੰਦੇ ਹੋਏ ਨਜ਼ਰ ਆ ਰਹੇ ਨੇ ਬਾਬਾ ਸ਼ੁਬੇਗ ਸਿੰਘ ਹੋਣੀ। ਬਾਬਾ ਸ਼ੁਬੇਗ ਸਿੰਘ ਉਹਨਾਂ ਦੀ ਜੇਕਰ ਗੱਲ ਕਰਦੇ ਹਾਂ ਤਾਂ ਜਿਹੜੀ ਥਾਂ ਦੇ ਉੱਤੇ, ਜਿਸ ਜ਼ਮੀਨ ਦੇ ਉੱਤੇ ਏਮਜ਼ ਹਸਪਤਾਲ ਬਣਿਆ, ਇਸ ਦੇ ਆਲੇ ਦੁਆਲੇ ਦੀ ਜ਼ਮੀਨ ਜੋ ਹੈ ਉਹ ਬਾਬਾ ਸ਼ੁਬੇਗ ਸਿੰਘ ਉਹਨਾਂ ਦੀ ਹੈ। ਠੀਕ ਤੁਸੀਂ ਜੇਕਰ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਜ਼ੂਮ ਕਰਕੇ ਦਿਖਾਇਆ ਜਾਵੇ ਇਸ ਬਿਲਡਿੰਗ ਦੇ ਨਾਲ ਜੋ ਤੁਹਾਨੂੰ ਨਿਸ਼ਾਨ ਸਾਹਿਬ ਨਜ਼ਰ ਆ ਰਿਹਾ ਹੋਵੇਗਾ, ਜੋ ਨਿਸ਼ਾਨ ਸਾਹਿਬ ਨਜ਼ਰ ਆ ਰਿਹਾ ਹੈ, ਤਾਂ ਉਸ ਗੁਰੂ ਘਰ ਦੀ ਜ਼ਮੀਨ ਵੀ ਬਾਬਾ ਜੀ ਉਹਨਾਂ ਦੀ ਸੀ, ਜਿਸ ਨੂੰ ਬਾਬਾ ਜੀ ਨੇ ਉਹਨਾਂ ਨੇ ਖਾਸ ਤੌਰ ਦੇ ਉੱਤੇ ਗੁਰੂ ਘਰ ਨੂੰ ਸਮਰਪਿਤ ਕਰ ਦਿੱਤੀ। ਗੁਰੂ ਘਰ ਨੂੰ ਇਹ ਜ਼ਮੀਨ ਜੋ ਹੈ ਉਹ ਇਹਨਾਂ ਬਾਬਾ ਜੀ ਦੇ ਵੱਲੋਂ ਜਿਹੜੀ ਆ ਉਹ ਸਮਰਪਿਤ ਕਰ ਦਿੱਤੀ ਜਾਂਦੀ ਹੈ। ਔਰ ਹੁਣ ਉਸ ਤੋਂ ਬਾਅਦ ਨਿਰੰਤਰ ਜੋ ਲੰਗਰ ਦੀ ਸੇਵਾ ਹੈ ਉਹ ਇਹਨਾਂ ਦੇ ਵੱਲੋਂ ਇਸੇ ਤਰੀਕੇ ਦੇ ਨਾਲ ਨਿਭਾਈ ਜਾ ਰਹੀ ਹੈ। ਤਾਂ ਕੀ ਕਾਰਨ ਰਹੇ, ਕਿਉਂ ਉਹਨਾਂ ਦੇ ਵੱਲੋਂ ਇਸ ਸੇਵਾ ਨੂੰ ਸ਼ੁਰੂ ਕੀਤਾ ਗਿਆ, ਜ਼ਿੰਦਗੀ ਦੇ ਵਿੱਚ ਕੀ ਉਤਾਰ ਚੜਾਵ ਆਏ ਨੇ, ਤਾਂ ਉਸ ਬਾਬਤ ਗੱਲਬਾਤ ਕਰਾਂਗੇ ਔਰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਵੇਂ ਗੁਰੂ ਨਾਨਕ ਦੇਵ ਜੀ ਦੇ ਸ਼ੁਰੂ ਕੀਤੇ ਗਏ ਇਸ ਲੰਗਰ ਦੀ ਸੇਵਾ ਨੂੰ ਉਹ ਅੱਜ ਵੀ ਉਸੇ ਤਰੀਕੇ ਦੇ ਨਾਲ ਅੱਗੇ ਬਰਕਰਾਰ ਰੱਖਦੇ ਹੋਏ ਨਜ਼ਰ ਆ ਰਹੇ ਨੇ। ਤਾਂ ਗੱਲਬਾਤ ਕਰਦੇ ਹਾਂ। ਭਾਈ ਸਾਹਿਬ ਸ਼ੁਬੇਗ ਸਿੰਘ ਉਹਨਾਂ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਕਿਹੜਾ ਚੈਨਲ ਆਪਣਾ ਜੀ? ਪ੍ਰੋ ਪੰਜਾਬ ਟੀਵੀ ਤੋਂ ਅਸੀਂ ਆਏ ਹਾਂ ਜੀ। ਪੰਜਾਬ, ਬਹੁਤ ਫੇਮਸ ਚੈਨਲ ਹੈ ਤੁਹਾਡਾ। ਕਿਰਪਾ ਬਾਬਾ ਜੀ ਦੀ ਜੀ। ਤਾਂ ਅਸੀਂ ਬਠਿੰਡਾ ਆਏ ਹੋਏ ਸੀਗੇ ਤੇ ਸਾਨੂੰ ਪਤਾ ਚੱਲਿਆ ਕਿ ਇੱਕ ਤਾਂ ਏਮਜ਼ ਹਸਪਤਾਲ ਹੁਣ ਇੱਥੇ ਨਵਾਂ ਬਣਿਆ, ਔਰ ਤੁਹਾਡੇ ਬਾਰੇ ਖਾਸ ਤੌਰ ਦੇ ਉੱਤੇ ਜਦੋਂ ਜਾਣਕਾਰੀ ਮਿਲੀ ਤਾਂ ਦਿਲ ਕੀਤਾ ਕਿ ਤੁਹਾਡੇ ਨਾਲ ਗੱਲਬਾਤ ਕਰਕੇ ਆਈਏ। ਗੁਰੂ ਨਾਨਕ ਦੇਵ ਜੀ ਦੇ ਵੱਲੋਂ ਲੰਗਰ ਸ਼ੁਰੂ ਕੀਤਾ ਗਿਆ ਸੀਗਾ ਬਾਬੇ ਨਾਨਕ ਵੱਲੋਂ, ਔਰ ਅੱਜ ਪੂਰੇ ਦੇਸ਼ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੀ ਗੱਲ ਕਰ ਲਈਏ, ਹਰ ਜਗ੍ਹਾ ਦੀ ਗੱਲ ਕਰ ਲਈਏ, ਗੁਰੂ ਘਰਾਂ ਦੀ ਗੱਲ ਕਰ ਲਈਏ, ਲੰਗਰ ਉਸੇ ਤਰੀਕੇ ਨਾਲ ਚੱਲ ਰਿਹਾ। ਤੁਹਾਡਾ ਕੀ ਮਕਸਦ ਰਿਹਾ ਏਮਜ਼ ਹਸਪਤਾਲ ਦੇ ਵਿੱਚ ਖਾਸ ਤੌਰ ਦੇ ਉੱਤੇ ਲੰਗਰ ਦੀ ਸੇਵਾ ਨੂੰ ਸ਼ੁਰੂ ਕਰਨ ਦਾ? ਇਹ ਸਾਡਾ ਤਾਂ ਇਹੀ ਮਕਸਦ ਰਿਹਾ ਜੀ ਵੀ ਇਹ ਬਹੁਤ ਵੱਡਾ ਅਦਾਰਾ ਇੱਥੇ ਬਣਿਆ ਹੈ ਤੇ ਸ਼ਹਿਰ ਤੋਂ ਬਾਹਰ ਸੀ। ਸ਼ਹਿਰ ਤੋਂ ਬਾਹਰ ਸੀ ਤੇ ਇੱਥੇ ਖਾਣ ਪੀਣ ਦਾ ਕੋਈ ਇੰਤਜ਼ਾਮ ਨਹੀਂ ਸੀ। ਤਾਂ ਅਸੀਂ ਇਹ ਸੋਚਿਆ ਵੀ ਸਾਡਾ ਵੀ ਗੁਰੂ ਸਾਹਿਬ ਨੇ ਵੇਖੋ ਕਿੱਡੀ ਸੱਚ ਦੀ ਬੁਨਿਆਦ ਤੇ ਲੰਗਰ ਦੀ ਸ਼ੁਰੂਆਤ ਕੀਤੀ ਤੇ ਸਿੱਖੀ ਦੇ ਵਿੱਚ ਸੇਵਾ ਤੇ ਸਿਮਰਨ ਦੋ ਚੀਜ਼ਾਂ ਮੇਨ ਅਹਿਮ ਨੇ। ਤੇ ਅਸੀਂ ਆਖਿਆ ਵੀ ਚਲੋ ਅਸੀਂ ਇਹ ਮਹਾਰਾਜ ਦੇ ਵੱਲੋਂ ਸਾਡੇ ਨਾਲ ਗਵਾਂਢ ਦੇ ਵਿੱਚ ਐਡਾ ਵੱਡਾ ਹਸਪਤਾਲ ਬਣਿਆ ਤੇ ਸਾਡੀ ਜ਼ਮੀਨ ਵੀ ਨਾਲ ਪੈਂਦੀ ਹੈ ਤੇ ਚਲੋ ਅਸੀਂ ਇਹ ਜਿਹੜੀ ਸੇਵਾ ਹੈ ਉਹ ਅਸੀਂ ਲੈ ਲਈਏ। ਤੇ ਸਾਡਾ ਇਹੀ ਮਨ ਕੀਤਾ ਵੀ ਲੰਗਰ ਦੀ ਮਹਾਨਤਾ ਨੂੰ ਮੁੱਖ ਰੱਖਦੇ ਵੀ ਸਿੱਖੀ ਦੀ ਵੀ ਮਹਾਨਤਾ ਇਹਦੇ 'ਚ, ਬਾਬੇ ਨਾਨਕ ਦੀ ਵੀ ਉਲਫਤ ਹੈ, ਪੰਜਾਬੀਆਂ ਦੀ ਵੀ ਉਲਫਤ ਹੈ ਵੀ ਦੂਰੋਂ ਦੂਰੋਂ ਹਰ ਸਟੇਟ ਤੋਂ ਇੱਥੇ ਬੰਦੇ ਮਰੀਜ਼ ਆਉਣੇ ਨੇ ਤੇ ਅਸੀਂ ਹਰ ਇੱਕ ਨੂੰ ਚੰਗਾ ਵਧੀਆ ਲੰਗਰ ਜਿਹੜਾ ਉਹ ਪ੍ਰੋਵਾਈਡ ਕਰਕੇ ਤੇ ਸੌਂਪ ਕੇ ਤੇ ਅਸੀਂ ਬਾਬੇ ਨਾਨਕ ਦੇ ਖੁਸ਼ੇ ਲੁੱਟ ਗਏ। ਇਹ ਸਾਡਾ ਮਕਸਦ ਸੀ। ਤਾਂ ਬਾਬੇ ਨਾਨਕ ਦੇ ਫਲਸਫੇ ਦੇ ਉੱਤੇ ਤੁਸੀਂ ਉਸੇ ਤਰੀਕੇ ਨਾਲ ਪਹਿਰਾ ਦੇ ਰਹੇ ਹੋ, ਔਰ ਖਾਸ ਤੌਰ ਦੇ ਉੱਤੇ ਜੇ ਗੱਲ ਕਰੀਏ ਜਿਵੇਂ ਤੁਸੀਂ ਵੀ ਜਾਣਕਾਰੀ ਦਿੱਤੀ, ਹਸਪਤਾਲ ਦੇ ਆਸ-ਪਾਸ ਜ਼ਮੀਨ ਜਿਹੜੀ ਆ ਉਹ ਤੁਹਾਡੀ ਸੀਗੀ? ਹਾਂਜੀ ਹਾਂਜੀ, ਇਹ ਦੋਨਾਂ ਸਾਈਡਾਂ ਤੇ ਹੈ। ਹਾਂ, ਇਹ ਜਿਹੜੀ ਹਸਪਤਾਲ ਦੀ ਬਿਲਡਿੰਗ ਬਣੀ ਹੈ ਇਹਦੇ 'ਚ ਵੀ ਸਾਡੀ ਜ਼ਮੀਨ ਆਈ ਹੈ। ਤੁਹਾਡੀ ਇਹ ਜ਼ਮੀਨ ਸੀ? ਹਾਂ ਹਾਂ, ਤੇ ਬਾਹਰ ਵੀ ਇੱਧਰ ਵੀ ਰਹਿ ਗਈ ਤੇ ਇਸ ਪਾਸੇ ਚੜ੍ਹਦੇ ਵੱਲ ਵੀ ਸ਼ਿਵ ਦੇ ਵੱਲ ਵੀ। ਤਾਂ ਅਸੀਂ ਆਖਿਆ ਵੀ ਜਿਵੇਂ ਹੁਣ ਆਪ ਆਮ ਕਹਿ ਦਿੰਦੇ ਨੇ, ਮੇਰੇ ਕੋਲ ਇੱਥੇ ਆ ਜਾਂਦੇ ਲੋਕ, ਕਈ ਖਾਲਸੇ ਹੀ ਆਉਂਦੇ ਸੀ ਵੀ ਬਾਬਾ ਜੀ ਥੋੜ੍ਹੀ ਬਹੁਤੀ ਸਾਨੂੰ ਜਗ੍ਹਾ ਦਿਓ। ਮੈਂ ਖੇਤ ਬੈਠਾ ਹੁੰਦਾ, ਮੈਂ ਕਹਿਣਾ ਵੀ ਕੀ ਕਰਨੀ ਤੁਸੀਂ? ਤਾਂ ਬਾਬਾ ਜੀ ਇੱਥੇ ਗੁਰਦੁਆਰਾ ਬਣਾ ਕੇ ਕੋਈ ਲੋਕਾਂ ਨੂੰ ਲੰਗਰ ਪਾਣੀ ਛਕਾਵਾਂਗੇ। ਉਹ 2-3 ਵਾਰੀ ਤਾਂ ਆਉਂਦੇ ਰਹੇ, 3 ਕੁ ਵਾਰੀ ਆਏ। ਉਹ ਫਿਰ ਮੇਰੇ ਨਾ ਆਪਦੇ ਦਿਮਾਗ ਦੇ ਵਿੱਚ ਇਹ ਗੱਲ ਘੁੰਮਣ ਲੱਗ ਗਈ। ਮੈਂ ਕਿਹਾ ਵੀ ਬਾਹਰੋਂ ਆ ਕੇ ਲੋਕ ਇੱਥੇ ਜਗ੍ਹਾ ਮੁੱਲ ਲੈ ਕੇ ਤੇ ਸੇਵਾ ਕਰਨ ਦਾ ਮਤਲਬ ਵੀ ਇੰਨੀ ਚਹਿਣਾ ਰੱਖਦੇ ਨੇ ਤੇ ਮਨਾ ਤੇਰੀ ਤਾਂ ਘਰ ਦੀ ਜ਼ਮੀਨ ਹੈ ਵੀ ਚਲੋ ਵੀ ਤੇਰੀ ਵਿਰਾਸਤ ਦੀ ਜ਼ਮੀਨ ਹੈ ਤੇ ਆਪਾਂ ਹੀ ਦੇ ਦਿੰਦੇ ਆ। ਫਿਰ ਮੇਰੇ ਮਨ ਦੇ ਵਿੱਚ ਇਹ ਗੱਲ ਘਰ ਕਰ ਗਈ। ਉਹ ਤਾਂ ਥੋੜ੍ਹੀ ਮੰਗਦੇ ਸੀ 200-400 ਗਜ। ਮੈਂ ਕਿਹਾ ਵੀ ਨਹੀਂ, ਆਪਾਂ ਫਿਰ 2 ਕਿੱਲੇ ਜ਼ਮੀਨ ਪਹਿਲਾਂ ਮੈਂ ਗੁਰੂ ਘਰ ਨੂੰ ਆਫਰ ਕਰਤੀ ਆਪ ਹੀ। ਮੈਂ ਕਈ ਸੰਸਥਾਵਾਂ ਕੋਲ ਵੀ ਗਿਆ, ਉਹਨਾਂ ਦੇ ਇਹ ਸਵਾਲ ਹੁੰਦੇ ਸੀ ਵੀ ਜ਼ਮੀਨ ਸਾਡੇ ਨਾਂ ਕਰ ਦਿਓ ਤੇ ਅਸੀਂ ਬਾਬਾ ਜੀ ਲਾਈਫ ਟਾਈਮ ਤੁਹਾਨੂੰ ਪ੍ਰਧਾਨ ਬਣਾ ਦਿਆਂਗੇ, ਜੋ ਕਹੋਗੇ ਉਹ ਛੱਤ ਦਿਆਂਗੇ। ਫਿਰ ਮੈਨੂੰ ਕਈ ਬੰਦਿਆਂ ਨੇ ਗਾਈਡ ਕੀਤਾ ਵੀ ਤੁਸੀਂ ਇਹ ਕੰਮ ਨਾ ਕਰੋ, ਤੁਸੀਂ ਇੰਨੀ ਕੀਮਤੀ ਜ਼ਮੀਨ ਆ ਜਿਹੜੀ ਗੁਰੂ ਘਰ ਨੂੰ ਦੇਣੀ ਹੈ ਤੇ ਤੁਸੀਂ ਆਪ ਹੀ ਸੇਵਾ ਕਰਾ ਦਿਓ। ਫਿਰ ਗੁਰੂ ਮਹਾਰਾਜ ਦੀ ਕਿਰਪਾ ਸੀ, ਆਪਣੇ ਕੋਲ ਸੀ ਵੀ ਸਭ ਕੁਛ। ਤੇ ਫਿਰ ਮੇਰੇ ਦਿਮਾਗ ਦੇ ਵਿੱਚ ਆਪ ਹੀ ਆ ਗਈ ਵੀ ਮਨਾ ਨਹੀਂ, ਆਪਾਂ ਇਹ ਐਡੀ ਮਹਿੰਗੀ ਜ਼ਮੀਨ ਹੈ ਜਿਹੜੀ ਇੱਥੇ ਐਵੇਂ ਕਿਸੇ ਨੂੰ ਸੌਂਪ ਦਈਏ। ਆਪਾਂ ਤਾਂ ਧਰਮ ਦੇ ਲੇਖੇ ਲਾਉਣੀ ਹੈ ਤੇ ਕੋਈ ਇੱਥੇ ਵਪਾਰ ਅੱਡਾ ਬਣਾ ਲੇਗਾ, ਕੋਈ ਇੱਥੇ ਮਤਲਬ ਵੀ ਇਹਦਾ ਸ਼ੋਸ਼ਣ ਕਰੇਗਾ ਜਾਂ ਬਾਬੇ ਨਾਨਕ ਦੇ ਨਾਂ 'ਤੇ ਪੈਸੇ ਇਕੱਠੇ ਕਰੇਗਾ। ਉਹ ਫਿਰ ਮੈਂ ਇਹ ਗੱਲ ਸੋਚ ਲਈ। ਫਿਰ ਆਪਾਂ ਹੀ ਗੁਰਦੁਆਰੇ ਦਾ ਪਹਿਲਾਂ ਨਿਸ਼ਾਨ ਸਾਹਿਬ ਚੜ੍ਹਾਇਆ, ਫਿਰ ਗੁਰਦੁਆਰਾ ਸ਼ੁਰੂ ਕਰਤਾ। ਉਹ ਗੁਰਦੁਆਰਾ ਵੀ ਬਣ ਗਿਆ ਤੇ ਬਾਥਰੂਮ ਲੈਟਰੀਨ ਵੀ ਬਣ ਗਏ ਨੇ, ਲੰਗਰ ਹਾਲ ਵੀ ਬਣ ਗਿਆ। ਹੁਣ ਅੱਜ ਮੈਂ ਗਿਆ ਸੀ ਸ਼ੈੱਡ ਵਾਲਿਆਂ ਕੋਲੇ, ਉਹ ਮੇਰੇ ਮੂੰਹ 'ਚੋਂ ਪਹਿਲਾਂ ਇੱਕ ਇੰਟਰਵਿਊ 'ਚ ਨਿਕਲਿਆ 2-3 ਹਜ਼ਾਰ ਸਕੁਅਰ ਫੁੱਟ 'ਚ ਅਸੀਂ ਸ਼ੈੱਡ ਪਾਉਣਾ। 2-3 ਹਜ਼ਾਰ ਨਹੀਂ, ਅਸੀਂ 20,000 ਸਕੁਅਰ ਫੁੱਟ 'ਚ ਪਹਿਲਾਂ ਇੱਕ ਸ਼ੈੱਡ ਪਾਉਣਾ। ਉਹ ਸ਼ੈੱਡ ਪਾ ਕੇ ਨਾਈਟ ਸ਼ੈਲਟਰ ਬਣਾਵਾਂਗੇ, ਉਸ ਤੋਂ ਬਾਅਦ ਸਰਾਂ ਦੀ ਅਸੀਂ ਸ਼ੁਰੂਆਤ ਕਰਾਂਗੇ। ਤਾਂ ਇਹਨੂੰ ਮੁੱਖ ਰੱਖਦੇ ਫਿਰ ਅਸੀਂ ਇਹ 3 ਕੁ ਕਿੱਲੇ ਜ਼ਮੀਨ ਆ ਜਿਹੜੀ ਉਹ ਗੁਰੂ ਘਰ ਨੂੰ ਹੁਣ ਦਿੱਤੀ ਹੈ ਤੇ ਉਹ ਆਪ ਹੀ ਸਾਰੀ ਸੇਵਾ ਕਰਾ ਰਿਹਾ। ਅਕਸਰ ਦੇਖਦੇ ਹਾਂ ਕਿ ਪਿੰਡਾਂ ਦੇ ਵਿੱਚ ਤਾਂ 1-1 ਇੰਚ ਨੂੰ ਲੈ ਕੇ ਜ਼ਮੀਨ ਦਾ ਰੌਲਾ ਰਹਿ ਜਾਂਦਾ ਹੈ। ਜ਼ਮੀਨ ਲੈਣ ਨੂੰ, ਜ਼ਮੀਨ ਦੇ ਉੱਤੇ ਕਬਜ਼ੇ ਕਰਨ ਨੂੰ ਜਿਹੜੀ ਹੈਗੀਆਂ ਲੜਾਈਆਂ ਆਪਸ ਦੇ ਵਿੱਚ ਸਕੇ ਭਰਾਵਾਂ ਦੀਆਂ ਹੋ ਜਾਂਦੀਆਂ ਨੇ। ਤਾਂ ਤੁਹਾਡੇ ਕਦੀ ਪਰਿਵਾਰ ਦੇ ਵੱਲੋਂ ਨਹੀਂ ਹੋਇਆ ਕੋਈ ਇਤਰਾਜ਼ ਜਤਾਇਆ ਹੋਵੇ ਕਿ ਕਿਉਂ ਤੁਸੀਂ ਜ਼ਮੀਨ ਜਿਹੜੀ ਹੈਗੀ ਹੈ ਉਹ ਇਸੇ ਤਰੀਕੇ ਦੇ ਨਾਲ ਦੇ ਰਹੇ ਹੈਗੇ ਹੋ? ਤਾਂ ਕਦੀ ਇਸ ਚੀਜ਼ ਨੂੰ ਲੈ ਕੇ ਮਨ ਦੇ ਵਿੱਚ ਜਾਂ ਕੋਈ ਸਵਾਲ ਨਹੀਂ ਆਇਆ?
ਇਹ ਪਰਿਵਾਰ ਦਾ ਅਸਲ ਦੇ ਵਿੱਚ ਮੇਰੇ ਸੰਨਿਆਸ ਲਾਉਣ ਦਾ ਇਹੀ ਰੀਜਨ ਬਣ ਗਿਆ, ਪਰਿਵਾਰ ਹੀ ਬਣ ਗਿਆ। ਪਰਿਵਾਰ ਦੇ ਵਿੱਚ ਇਹ ਸੀ ਵੀ ਪਰਿਵਾਰ ਸੀ ਲੰਮਾ ਚੌੜਾ, ਲੰਮੇ ਚੌੜੇ ਪਰਿਵਾਰ ਦੇ ਵਿੱਚ ਜਿਹੜੀ ਕੁਦਰਤੀ ਘਟਨਾਵਾਂ ਹੋਈਆਂ ਪਰਿਵਾਰ ਦੇ ਨਾਲ, ਉਹਨਾਂ ਨੇ ਬਹੁਤ ਮਨ 'ਤੇ ਸੱਟ ਮਾਰੀ ਹੈ। ਕਿਉਂਕਿ 4 ਭਰਾ ਸੀ, 4 ਦੇ ਵਿੱਚੋਂ 3 ਗੁਜ਼ਰ ਗਏ, ਮੈਂ ਹੀ ਆ, ਅਤੇ ਬਾਕੀ 3 ਭੈਣਾਂ ਸੀ, ਉਹਨਾਂ ਦੇ ਵੀ ਬੱਚੇ ਸੀ। ਉਹ ਇੱਕ ਤਾਂ ਸਾਡੇ ਪਰਿਵਾਰ 'ਚ ਟ੍ਰੈਜਡੀ ਬੜੀ ਭੈੜੀ ਵਾਪਰੀ ਹੈ ਵੀ 4 ਬੱਚੇ ਸਾਡੇ 23-23 ਸਾਲ ਦੀ ਉਮਰ ਦੇ ਉਹ ਤੁਰ ਗਏ। ਹਾਂ, ਕੀ ਕਾਰਨ ਕੀ ਰਿਹਾ ਉਹ? ਕਾਰਨ ਕੁਛ ਵੀ ਨਹੀਂ, ਅਚਾਨਕ ਹੁਣ 23 ਸਾਲ ਦਾ ਬੱਚਾ ਪੂਰਾ ਗੱਭਰੂ ਹੁੰਦਾ ਅਤੇ ਕਿਸੇ ਨੂੰ ਅਟੈਕ ਹੋ ਗਿਆ, ਕਿਸੇ ਨੂੰ ਕੁਛ ਹੋ ਗਿਆ। ਇੱਕ ਜਿਹੜਾ ਸੀ ਉਹ ਅਸਲ ਦੇ ਵਿੱਚ 4 ਦਾ ਹੀ ਨਹੀਂ ਪਤਾ ਲੱਗਾ, ਮਿਸਟਰੀ ਬਣ ਗਿਆ ਇਹ। ਹਾਂ, ਵੀ ਚਾਰੇ ਹੀ ਉਹ ਕੋਈ 2 23 ਸਾਲ ਦੇ ਸੀ, 2 24 ਸਾਲ ਦੇ ਸੀ। ਮੇਰੀ ਆਪ ਦੀ ਪਤਨੀ ਸੀ, ਉਹ ਵੀ ਗੁਜ਼ਰ ਗਈ ਆਈ ਛੱਡਣ ਲਈ। ਅਤੇ ਉਸ ਤੋਂ ਬਾਅਦ ਮੇਰੇ ਦਾ ਪਰਿਵਾਰ ਦੇ ਵਿੱਚ ਮੈਂ ਹੌਲੀ ਸੋਲੀ ਹਾਂ, ਜੋ ਮੈਂ ਕਰਾਂ ਠੀਕ ਹੈ। ਹੁਣ ਕੋਈ ਜੀ ਨਹੀਂ ਬਚਿਆ ਪਰਿਵਾਰ ਦੇ ਵਿੱਚ? ਇੱਕ ਮੈਂ ਆ ਅਤੇ 2 ਭਰਜਾਈਆਂ ਨੇ, ਇੱਕ ਬੱਚੀ ਆ, ਉਹ ਬਾਹਰ ਹੈ ਕਨੇਡਾ 'ਚ। ਹਾਂ, ਆਹ ਗੱਲ ਹੈ। ਇਸ ਕਰਕੇ ਪ੍ਰੋਪਰਟੀ ਹੈ ਜਿਹੜੀ ਉਹ ਮੈਂ ਆਪਦੀ ਜਿਹੜੀ ਪ੍ਰੋਪਰਟੀ ਜਿਹੜੀ ਮੇਰੇ ਭਾਈ ਦੀ ਹੈ ਉਹ ਤਾਂ ਉਹੀ ਰੱਖਣਗੇ। ਮੈਂ ਆਪਦੀ ਪ੍ਰੋਪਰਟੀ ਸਾਰੀ ਭੋਰਾ ਗੁਰੂ ਘਰ ਨੂੰ ਦੇਣੀ। ਕਿੰਨੀ ਜ਼ਮੀਨ ਕਿੰਨੀ ਸੀਗੀ ਤੁਹਾਡੇ ਕੋਲ ਜੀ? ਸਾਡੇ ਕੋਲ ਜ਼ਮੀਨ ਪਹਿਲਾਂ ਤਾਂ ਅਸੀਂ 40 ਕਿੱਲਿਆਂ ਦੇ ਕਰੀਬ, ਹਾਂ, ਐਸੇ 20 ਕਿੱਲੇ ਅਜੇ ਵੀ ਹੈਗੀ। ਅਤੇ ਬਾਕੀ ਮੇਰਾ ਬਿਜ਼ਨਸ ਵੀ ਸੀ, ਕਾਟਨ ਦਾ ਬਿਜ਼ਨਸ ਬਹੁਤ ਤਕੜਾ ਸੀ। ਇੱਧਰਲੇ ਪਾਸੇ ਇੱਕ ਪਾਸੇ ਫੈਕਟਰੀ ਹੈ ਅਤੇ ਇੱਕ ਪਾਸੇ ਜ਼ਮੀਨ ਹੈ। ਹਾਂ, ਹੁਣ ਮੈਂ ਮਨ ਦੇ ਵਿੱਚ ਇਹ ਧਾਰਿਆ ਵੀ ਸੱਚੀ ਸੁੱਚੀ ਬਾਬੇ ਨਾਨਕ ਨੂੰ ਸਮਰਪਿਤ ਹੈ ਸਾਰਾ ਕੁਝ, ਆਪਦਾ ਸਰੀਰ ਵੀ ਅਤੇ ਆਪਦੀ ਪ੍ਰੋਪਰਟੀ ਵੀ, ਅਤੇ ਇਹ ਇੱਥੇ ਦੀਨ ਦੁਖੀਆਂ ਦੀ ਜਿਹੜੀ ਹੈ ਉਹ ਸੇਵਾ ਕਰਨੀ ਹੈ। ਇਹਦਾ ਦਰਦ ਮੇਰੇ ਮਨ 'ਤੇ ਵੀ ਹੰਢਾਇਆ ਮੈਂ, ਕਿਉਂਕਿ ਮੇਰੇ ਭਾਈ ਅਤੇ ਭਤੀਜੇ ਦਾ ਐਕਸੀਡੈਂਟ ਹੋ ਗਿਆ ਸੀ ਮੇਰੀਆਂ ਅੱਖਾਂ ਦੇ ਸਾਹਮਣੇ ਹੀ। ਇੱਕ ਪਾਸੇ ਸੜਕ 'ਤੇ ਮੈਂ ਖੜ੍ਹਾ ਸੀ, ਦੂਜੇ ਪਾਸੇ ਉਹ ਖਲੋਤੇ ਸੀ। ਕਾਰ ਆਈ ਅਤੇ ਉਹਨਾਂ ਨੂੰ ਉਡਾ ਕੇ ਲੈ ਗਈ। ਉਹ ਮੈਂ DMC ਦੇ ਵਿੱਚ ਲੈ ਕੇ 3 ਮਹੀਨੇ ਉਹਨਾਂ ਨੂੰ ਬੈਠਾ ਰਿਹਾ। ਉਹ ਕੋਮਾ 'ਚ ਸੀ। ਉੱਥੇ ਘੱਟੋ ਘੱਟ 35-40 ਲੱਖ ਰੁਪਈਆ ਵੀ ਸਾਡਾ ਲੱਗ ਗਿਆ, ਬੱਚੇ ਦੋਨੇ ਫਿਰ ਨਾ। ਤਾਂ ਉਸ ਟਾਈਮ 'ਤੇ ਉੱਥੇ ਸਾਨੂੰ ਪਤਾ ਲੱਗਦਾ ਸੀ ਵੀ ਅਸੀਂ ਵੀ ਉਡੀਕਦੇ ਰਹਿੰਦੇ ਸੀ ਵੀ ਕੋਈ ਆਵੇ ਯਾਰ, ਕੋਈ ਲੰਗਰ ਲੈ ਕੇ ਜਾਂ ਕੋਈ ਚਾਹ ਪਾਣੀ ਦੀ, ਜਾਂ ਕਿਸੇ ਨੂੰ ਰਿਸ਼ਤੇਦਾਰ ਨੂੰ ਕਹਿ ਕੇ ਮੰਗਵਾਉਣਾ ਜਾਂ ਆਪ ਜਾਣਾ। ਤਾਂ ਇਹ ਦਰਦ ਦਾ ਪਤਾ ਸੀ ਵੀ ਹਸਪਤਾਲ ਦੇ ਵਿੱਚ ਜਿਹੜਾ ਮਰੀਜ਼ ਨੂੰ ਰਹਿ ਕੇ ਰੁਲਦਾ ਹੈ ਨਾ, ਉਹ ਤਾਂ ਪਤਾ ਉਹਨੂੰ ਹੀ ਹੁੰਦਾ ਜਿਸ ਤਨ ਲਾਗੇ ਸੋ ਤਨ ਜਾਣੇ। ਜਿਹੜੇ ਬੰਦੇ ਨੇ ਸਰੀਰ 'ਤੇ ਹੰਢਾਇਆ ਹੁੰਦਾ ਨਾ, ਉਹਨੂੰ ਪਤਾ ਹੁੰਦਾ। ਫਿਰ ਮੇਰੇ ਮਨ 'ਚ ਵੀ ਇਹੀ ਸੀ, ਮੈਂ ਆਖਿਆ ਮਨਾ ਵੀ ਇਹੀ ਸੇਵਾ ਕਰੀਏ। ਇਹਦੇ ਹੈ ਕੀ ਦੁਨੀਆ 'ਤੇ? ਕੁਛ ਵੀ ਨਹੀਂ। ਇਹਦੇ ਪ੍ਰੋਪਰਟੀਆਂ ਵੀ ਇੱਥੇ ਹੀ ਰਹਿ ਜਾਣੀਆਂ। ਹੁਣ ਫਰਜ਼ ਕਰੋ ਮੇਰੇ 3 ਭਾਈ ਗੁਜ਼ਰ ਗਏ ਅਤੇ ਮੈਂ ਵੀ ਗੁਜ਼ਰ ਜਾ, ਅਤੇ ਸਾਡੀ ਸੈਂਕੜੇ ਕਰੋੜ ਦੀ ਜਾਇਦਾਦ ਹੈ। 1 ਅੱਧੇ ਕਰੋੜ ਦੀ ਨਹੀਂ, ਸੈਂਕੜੇ ਕਰੋੜਾਂ ਦੀ ਹੈ। ਅਤੇ ਇਹਦੇ ਵਿੱਚ ਲੋਕ ਡੰਡੋ ਡੰਡੀ ਹੋਈ ਜਾਣਗੇ। ਕੋਈ ਇੱਧਰੋਂ ਆਜੂ ਮੈਂ ਸ਼ਵੇਕ ਸਿੰਘ ਦਾ ਵਾਰਸ ਹਾਂ, ਕੋਈ ਇੱਧਰੋਂ ਆਜੂ ਮੈਂ ਵਾਰਸ ਹਾਂ। ਅਤੇ ਫਿਰ ਆਪਦੇ ਹੱਥੀਂ ਲੋਕਾਂ ਨੂੰ ਕਰਜ ਗਏ। ਇਹ ਜੇ ਆਪਦਾ ਇੱਥੇ ਧੀ ਪੁੱਤ ਨਹੀਂ ਬਚਿਆ ਤਾਂ ਇਹ ਵੀ ਤਾਂ ਧੀ ਪੁੱਤ ਹੀ ਨੇ ਜਿਹੜੇ ਖਾਂਦੇ ਪੀਂਦੇ ਨੇ ਸਾਰਾ ਕੁਝ ਖਾ ਕੇ ਵੀ ਬਾਪੂ ਲੰਗਰ ਲਾਉਂਦਾ, ਬਾਪੂ ਲੰਗਰ ਲਾਉਂਦਾ ਹੈ ਜੀ। ਇਹ ਮਨ ਦੇ ਵਿੱਚ ਗੱਲਾਂ ਆਈਆਂ ਅਤੇ ਇਸ ਕਰਕੇ ਸੰਨਿਆਸ ਨੂੰ ਫੜ ਲਿਆ। ਅਤੇ ਬਾਬੇ ਨਾਨਕ ਨੂੰ ਇਹ ਕਹਿੰਦੇ ਵੀ ਸੱਚੇ ਪਾਤਸ਼ਾਹ ਜਦੋਂ ਗੁਰੂਆਂ ਨੇ ਭਾਣੇ ਨੂੰ ਮੰਨਿਆ ਅਤੇ ਜਿੱਥੇ ਤੂੰ ਰੱਖੇ ਸਾਨੂੰ ਮਨਜ਼ੂਰ ਹੈ। ਫਿਰ ਹੁਣ ਇਹ ਕਰਕੇ ਵੀ ਜਿੰਨਾ ਆਹ ਲੰਗਰ ਦੀ ਸੇਵਾ ਸ਼ੁਰੂ ਕਰਕੇ ਜਿਹੜਾ ਪਰਿਵਾਰਕ ਕਸ਼ਟ ਅਤੇ ਉਹ ਮਨ ਦੇ ਵਿੱਚ ਸੀ, ਇਹਦੇ ਨਾਲ ਸੰਤੁਸ਼ਟੀ ਹੈ, ਉਹ ਭੁੱਲ ਜਾਂਦਾ। ਇਹ ਕੰਮ ਵਧੀਆ ਇਹ ਹੁਣ ਮਿਲਦੀ ਹੈ ਕਿਉਂਕਿ ਅਨੇਕਾਂ ਲੋਕ ਆਉਂਦੇ ਹੋਣਗੇ, ਕਿਹੋ ਜਿਹੀਆਂ ਦਿੱਕਤਾਂ ਹੋਣਗੀਆਂ, ਕਿਹੋ ਜਿਹੇ ਇਹਨਾਂ ਦੇ ਮਨਾਂ ਦੇ ਵਿੱਚ ਚੀਜ਼ਾਂ ਹੋਣਗੀਆਂ, ਤਾਂ ਸੰਤੁਸ਼ਟੀ ਮਿਲਦੀ ਹੈ ਜਦੋਂ ਮਿਲਦੇ ਵੀ ਉਹਨਾਂ ਨੂੰ ਲੱਗਦਾ ਕਿ ਵੀ ਪਰਿਵਾਰ ਹੀ ਹੈ। ਇਹ ਤਾਂ ਫਿਰ ਹੈ ਹੀ ਜੀ। ਜਦੋਂ ਮਤਲਬ ਆਪਾਂ ਕਰਦੇ ਹਾਂ, ਜਦੋਂ ਕਿਸੇ ਲੋੜਵੰਦ ਦੀ ਲੋੜ ਪੂਰੀ ਕਰਦੇ ਹਾਂ ਜਾਂ ਕਿਸੇ ਭੁੱਖੇ ਦੀ ਭੁੱਖ ਮਿਟਾਉਣੇ ਆ, ਪਿਆਸ ਮਿਟਾਉਣੇ ਆ। ਜਿਵੇਂ ਹੁਣ ਤੜਕੇ ਇੱਥੇ ਲੋਕ ਅਸੀਂ ਚਾਹ ਜਿੰਨਾ ਚਿਰ ਲੈ ਕੇ ਨਹੀਂ ਆਉਂਦੇ ਤਾਂ ਲੋਕ ਉਡੀਕ 'ਚ ਬੈਠੇ ਰਹਿੰਦੇ ਨੇ।
ਤੇ ਮਨ ਨੂੰ ਫਿਰ ਸੰਤੁਸ਼ਟੀ ਮਿਲਦੀ ਹੈ ਜੀ, ਵੀ ਉਹ ਪਿਛਲੇ ਕਸ਼ਟ ਭੁੱਲ ਜਾਂਦੇ ਆ। ਬਾਬੇ ਨਾਨਕ ਨੂੰ ਕਹਿੰਦੇ ਵੀ ਸੱਚੇ ਪਾਤਸ਼ਾਹ ਤੋਂ ਲਿਆ ਕੇ ਸੱਚੀ ਸੇਵਾ ਤੇ ਲਾਇਆ, ਪਰ ਹੁਣ ਰੱਖੀ ਇੱਥੇ ਲਈ ਜਾਈ ਸੇਵਾ। ਜਿੰਨਾ ਚਿਰ ਸਰੀਰ ਹੈ ਉਹਨਾਂ ਚਿਰ ਤੇਰੇ ਚਰਨਾਂ ਦੇ ਵਿੱਚ ਰਹਿ ਕੇ ਤੇਰੀ ਇਹੀ ਲੰਗਰ ਦੀ ਸੇਵਾ ਕਰਦੇ ਰਹੀਏ ਤੇ ਤੇਰੇ ਮਿਸ਼ਨ ਨੂੰ ਅੱਗੇ ਤੋਰ ਕੇ। ਹੋਰ ਬਾਪੂ ਜੀ ਬਹੁਤ ਘੱਟ ਲੋਕ ਹੋਣਗੇ ਜੋ ਤੁਹਾਡੇ ਵਰਗੀ ਸੋਚ ਸੋਚਦੇ ਹੋਣਗੇ, ਹਾਲਾਂਕਿ ਅੱਜ ਦੇ ਇਸ ਦੁਨਿਆਵੀ ਦੌਰ ਦੇ ਵਿੱਚ ਮੈਨੂੰ ਲੱਗਦਾ ਹਰ ਕੋਈ ਪੈਸੇ ਦੀ ਦੌੜ ਦੇ ਪਿੱਛੇ ਲੱਗਿਆ ਹੋਇਆ। ਹਰ ਕੋਈ ਇਹੀ ਚਾਹੁੰਦਾ ਕਿ ਉਹ ਵੱਧ ਤੋਂ ਵੱਧ ਅਮੀਰ ਹੋ ਜਾਵੇ, ਰਾਤੋਂ ਰਾਤ ਅਮੀਰ ਹੋ ਜਾਵੇ, ਪੈਸਾ ਵਾਧੂ ਆ ਜਾਵੇ। ਪਰ ਕੀ ਸੁਨੇਹਾ ਦੇਣਾ ਚਾਹੁੰਦੇ ਹੋ, ਕਿ ਤੁਸੀਂ ਤਾਂ ਆਪ ਸਭ ਕੁਝ ਇਹ ਹੰਡਾਇਆ, ਤੁਹਾਡੇ ਕੋਲ ਇੰਨੀ ਧਨ ਸੀਗਾ, ਇੰਨੀ ਜ਼ਮੀਨ ਸੀ, ਇੰਨੀ ਦੌਲਤ ਸੀਗੀ, ਤਾਂ ਕਿਵੇਂ ਕਿੰਨਾ ਲੋਕਾਂ ਨੂੰ ਕੀ ਖਾਸ ਤੌਰ 'ਤੇ ਸੁਨੇਹਾ ਦੇਣਾ ਚਾਹੁੰਦੇ? ਸੁਨੇਹਾ ਇਹੀ ਹੈ ਜੀ, ਮਾਇਆ ਨਾ ਜਿਹੜੀ ਗੁਜਰਾਨ ਹੈ, ਇਹ ਇਕੱਠੀ ਜਿੰਨੀ ਮਰਜ਼ੀ ਕਰ ਲਓ। ਸਿਕੰਦਰ ਵੀ ਖਾਲੀ ਹੱਥ ਗਿਆ ਹੈ, ਰਾਵਣ ਵਰਗੇ ਤੁਰ ਗਏ, ਇੱਥੇ ਲੰਕਾ ਦੇ ਮਾਲਕ ਸੀ। ਇਹ ਜਦੋਂ ਬੰਦੇ ਦੀ ਫੂਕ ਨਿਕਲ ਗਈ ਨਾ, ਮਗਰੋਂ ਨਹੀਂ ਪੁੱਛਣਾ ਕਿਸੇ ਨੇ। ਇੱਥੇ ਤਾਂ ਇਹ ਵੇਖੋ ਹੁਣ ਸੇਵਾ ਤੇ ਸਿਮਰਨ, ਨਾਮ ਤਾਂ ਉਹਦਾ ਹੈ ਜਿਹੜਾ ਉਹਦਾ ਨਾਮ ਸਿਮਰਦਾ। ਹੁਣ ਧਰਤੀ ਤੇ ਅਮੀਰ ਕੀ ਪਤਾ ਕਿੰਨੇ ਕੁ ਹੋ ਤੁਰ ਗਏ, ਰਾਜੇ ਮਹਾਰਾਜੇ ਕਿੰਨੇ ਕੁ ਹੋ ਤੁਰ ਗਏ। ਤੇ ਭਗਤ ਕਬੀਰ ਵਰਗਾ ਝੁੰਬੀ 'ਚ ਰਹਿੰਦਾ ਸੀ, ਉਹਦਾ ਵੀ ਨਾਂ। ਬਾਬਾ ਨਾਮਦੇਵ ਛਿੰਬਾ ਸੀ, ਉਹਦਾ ਵੀ ਨਾਮ ਹੈ। ਹਾਂਜੀ, ਜਿੰਨੇ ਵੀ ਭਗਤ ਨੇ ਸਾਰੇ ਉਹਨਾਂ ਨੇ ਕੁੱਲੀਆਂ 'ਚ ਬਹਿ ਕੇ ਸੇਵਾ ਕੀਤੀ, ਉਹਨਾਂ ਦੇ ਨਾਮ ਹੈ। ਨਾਮ ਤਾਂ ਉਹਦੇ ਨਾਮ ਸਿਮਰਨ ਵਾਲਾ। ਪਰ ਮਾਇਆ ਗੁਜਰਾਨ ਹੈ, ਇਹ ਗੁਜ਼ਾਰੇ ਜਿੰਨੀ ਚਾਹੀਦੀ ਹੈ। ਹਾਂ, ਮੈਂ ਆਖਾਂ ਮੈਂ ਵੀ ਮਾਇਆ ਬੜੀ ਵੇਖੀ ਹੈ, ਕਰੋੜਾਂ 'ਚ ਵੇਖੀ ਹੈ, ਪਰ ਹੈ ਕੁਛ ਨਹੀਂ ਇਹਦੇ 'ਚ। ਇਹ ਜਿਵੇਂ ਆਂਦੇ ਕਮਾਉਣ ਲੱਗਿਆਂ ਵੀ ਦੁੱਖ ਤੇ ਜਾਣ ਲੱਗਿਆਂ ਵੀ ਦੁੱਖ। ਇਹ ਤਾਂ ਹੈ ਹੀ ਦੁੱਖਾਂ ਦਾ ਘਰ ਆ। ਪਰ ਠੀਕ ਹੈ, ਗੁਜ਼ਾਰੇ ਜੋਗੀ ਚਾਹੀਦੀ ਹੈ। ਇਹ ਨਹੀਂ ਕੰਮ ਵੀ ਕਰੋ, ਪਰਿਵਾਰ ਵੀ ਪਾਲੋ, ਆਪਦੇ ਬੱਚੇ ਵੀ ਪਾਲੋ। ਇਹ ਨਹੀਂ ਹੁਣ ਮੈਂ ਕਈ ਵਾਰੀ ਇਹ ਵੇਖਦਾ ਜਿਹੜੇ ਆ ਮੈਡੀਕਲ ਵਾਲੇ ਆ, ਪੰਜਾਂ ਦਾ ਪਤਾ 50 ਚ ਲਾਈ ਜਾਂਦੇ ਨੇ। ਹੈਰਾਨ ਆ ਇਸ ਗੱਲ 'ਤੇ। ਹੁਣ ਮੈਂ ਇਸ ਗੱਲ 'ਤੇ ਹੈਰਾਨ ਆ, ਜੇ ਅਸੀਂ ਆਪਦੀ ਜ਼ਮੀਨ ਜਿਹੜੀ ਗੁਰੂ ਘਰ ਨੂੰ ਦਿੱਤੀ ਹੈ, ਜੇ ਅਸੀਂ ਉਹਨਾਂ ਨੂੰ ਕਹੀਏ ਨਾ ਅਸੀਂ ਇੱਕ ਦੁਕਾਨ 1 ਕਰੋੜ ਦੀ ਦੇਣੀ, ਆਖਣਗੇ ਪੈਸੇ ਚੁੱਕ। ਕਿਉਂ? ਉਹਨਾਂ ਨੂੰ ਪਤਾ ਉਹਨਾਂ ਛਿੱਲ ਲਾਉਣੀ ਹੈ। ਉਹਨਾਂ ਨੇ ਹੁਣ ਕੋਈ ਦਵਾਈਆਂ ਤਾਂ ਕਿਸੇ ਨੂੰ ਪਤਾ ਵੀ ਆਹ ਸਾਲਟ ਕੀ ਭਾਅ ਦਾ, ਆਹ ਕੀ ਭਾਅ ਦਾ, ਅਤੇ ਉਹ ਛਿੱਲ ਲਾਈ ਤੁਰੇ ਜਾਂਦੇ ਨੇ। ਮੈਂ ਤਾਂ ਇਹ ਗੱਲ ਕਹਿਣਾ ਵੀ ਐਡਾ ਵੱਡਾ ਵੇਖੋ ਹਸਪਤਾਲ ਹੈ, ਜੇ ਅਸੀਂ ਵੇਖੋ ਮੈਂ ਤਾਂ ਆਪਦੇ ਖਿਆਲਾਤ ਲੋਕਾਂ ਕੋਲ ਰੱਖਣੇ ਆ ਵੀ ਜੇ ਅਸੀਂ ਇਹ ਸੋਚਿਆ ਵੀ ਲੋਕਾਂ ਨੂੰ ਇੱਥੇ ਦੁਖੀਆਂ ਨੂੰ ਕੋਈ ਸਹੂਲਤ ਚਾਹੀਦੀ ਹੈ, ਰਹਿਣ ਨੂੰ ਵੇਖੋ ਅਸੀਂ ਸਰਾਂ ਵੀ ਪਾਉਣੀ ਹੈ, ਰਹਿਣ ਨੂੰ ਵੀ ਸ਼ੈਲਟਰ ਦੇਵਾਂਗੇ, ਖਾਣ ਪੀਣ ਦਾ 24 ਘੰਟੇ ਇੰਤਜ਼ਾਮ ਕਰਾਂਗੇ, ਲੰਗਰ 24 ਘੰਟੇ ਕਰਾਂਗੇ, ਨਹਾਉਣ ਧੋਣ ਦਾ ਵਧੀਆ ਪ੍ਰੋਗਰਾਮ ਹੈ, ਬੈਠਣ ਦਾ, ਇਬਾਦਤ ਕਰਨ ਦਾ ਗੁਰਦੁਆਰਾ ਤਿਆਰ ਹੋ ਗਿਆ। ਤਾਂ ਕਮ ਸੇ ਕਮ ਉਹਨਾਂ ਨੂੰ ਵੀ ਇਹ ਗੱਲ ਚਾਹੀਦਾ ਹੈ, ਸਮਾਜ ਨੂੰ, ਇਲਾਕੇ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ। ਅਤੇ ਜਿਹੜੇ ਮੈਡੀਕਲ ਹਸਪੀਟਲ ਦੇ ਨਾਲ ਸੰਬੰਧਿਤ ਕਿੱਤੇ ਵਾਲੇ ਲੋਕ ਨੇ, ਉਹਨਾਂ ਨੂੰ ਵੀ ਇਹ ਗੱਲ ਚਾਹੀਦਾ ਹੈ ਵੀ ਵੱਧ ਤੋਂ ਵੱਧ ਇੱਥੇ ਮੈਡੀਕਲ ਹੈ, ਜਿਹੜੀ ਦਵਾਈ ਆ ਉਹ ਵੀ ਮਰੀਜ਼ਾਂ ਨੂੰ ਸਸਤੀ ਮਿਲਣੀ ਚਾਹੀਦੀ ਹੈ, ਹਰ ਸਹੂਲਤ ਮਿਲਣੀ ਚਾਹੀਦੀ ਹੈ, ਤਾਂ ਕਿ ਜਿਹੜੇ ਬਠਿੰਡੇ ਦੇ ਏਮਜ ਦਾ ਜਿਹੜਾ ਨਾਂ ਹੈ ਉਹ ਇੰਡੀਆ ਦੇ ਵਿੱਚ ਹੋਵੇ। ਵੀ ਉੱਥੇ ਵੇਖੋ ਲੰਗਰ ਪਾਣੀ ਵੀ ਫਰੀ, ਰਹਿਣ ਪਹਿਣ ਨੂੰ ਵੀ ਫਰੀ, ਦਵਾਈ ਵੀ ਸਸਤੀ। ਹੁਣ ਮੇਰਾ ਇਹ ਜਿਹੜੇ ਮੈਡੀਕਲ ਲਾਈਨ ਵਾਲੇ ਲੋਕ ਹੈ, ਤੁਹਾਡੇ ਚੈਨਲ ਦੇ ਥਰੂ ਮੈਂ ਉਹਨਾਂ ਨੂੰ ਇਹ ਗੱਲ ਕਹਿਣਾ ਵੀ ਮਾੜਾ ਜਿਹਾ ਮੇਰੇ ਨਾਲ ਕੋਈ ਰਾਬਤਾ ਕਰੇ। ਜ਼ਮੀਨ ਮੇਰੀ ਹੈਗੀ ਹੈ, ਜਿਹੜਾ ਇਹ ਕਹਿੰਦੇ ਨੇ ਕੋਈ ਮੋਦੀਖਾਨਾ ਦਵਾਈਆਂ ਵਾਲਾ, ਵੀ ਸਸਤੀਆਂ ਦਵਾਈਆਂ ਅਤੇ ਸਸਤੇ ਟੈਸਟ, ਇਹ 2 ਚੀਜ਼ਾਂ ਇੱਥੇ ਇੱਕ ਵੱਡੀ ਸਾਰੀ ਸ਼ੌਪ ਵੀ ਛੱਤੂੰਗਾ ਵੀ ਜਿਹਦੇ ਵਿੱਚ ਸਸਤੇ ਟੈਸਟ ਅਤੇ ਸਸਤੀਆਂ ਦਵਾਈਆਂ ਅਤੇ ਸਸਤੇ ਜਿਹੜਾ ਓਪਰੇਸ਼ਨ ਕਰਨ ਦਾ ਜਿਹੜਾ ਸਮਾਨ ਹੁੰਦਾ ਵੀ ਉਹ ਮਰੀਜ਼ਾਂ ਨੂੰ ਮਿਲੇ। ਉਹ ਮੈਂ ਬੇਨਤੀ ਕਰੂੰਗਾ ਵੀ ਜੇ ਕੋਈ ਵੀ ਹੋਵੇ ਤਾਂ ਸਾਡੇ ਨਾਲ ਲਿੰਕ ਕਰੇ। ਹਸਪਤਾਲ ਵੱਲੋਂ ਕਦੀ ਕੋਈ ਮੁਸੀਬਤਾਂ ਦਾ ਸਾਹਮਣਾ ਤਾਂ ਨਹੀਂ ਕਰਨਾ ਪਿਆ, ਕਿਉਂਕਿ ਕਮਰਸ਼ੀਅਲ ਤੌਰ ਦੇ ਉੱਤੇ ਤਾਂ ਚੀਜ਼ਾਂ ਸਾਰੀਆਂ ਹੁੰਦੀਆਂ ਨੇ। ਜੇ ਅੰਦਰ ਕੰਟੀਨਾਂ ਬਣਾਈਆਂ ਹੋਣਗੀਆਂ, ਉਹਨਾਂ ਨੂੰ ਹੋਊਗਾ ਕਿ ਉੱਥੋਂ ਹੀ ਉਹਨਾਂ ਦਾ ਜਿਹੜਾ ਖਰਚਾ ਪਾਣੀ ਉਹ ਨਿਕਲੇ, ਪਰ ਲੰਗਰ ਜਿੱਥੇ ਮਿਲ ਗਿਆ ਤਾਂ ਉਹ ਫਿਰ ਅਮੂਮਨ ਜੀ ਗੱਲ ਹੈ ਕਿ ਮਰੀਜ਼ਾਂ ਨੇ ਇੱਥੇ ਹੀ ਆਉਣਾ। ਤਾਂ ਇਸ ਨੂੰ ਲੈ ਕੇ ਕਦੀ ਕੋਈ ਦਿੱਕਤ ਆਈ? ਹਾਂ, ਇਹ ਬੜੀ ਵਧੀਆ ਗੱਲ ਹੈ, ਸਵਾਲ ਪੁੱਛਿਆ ਤੁਸੀਂ। ਇਹ ਗੱਲ ਜਦੋਂ ਦੀ ਅਸੀਂ ਲੰਗਰ ਚਾਲੂ ਕੀਤਾ ਉਦੋਂ ਤੋਂ ਹੀ ਚੱਲਦਾ ਆਉਂਦਾ, ਪਰ ਇੱਥੋਂ ਵਾਲੇ ਜਿਹੜੇ ਡਾਇਰੈਕਟਰ ਸਾਹਿਬ ਨੇ ਨਾ, ਇਹ ਬਹੁਤ ਨੇਚਰ ਨੂੰ ਪਿਆਰ ਕਰਨ ਵਾਲੇ ਧਾਰਮਿਕ ਬੰਦੇ, ਇਹ ਧਾਰਮਿਕ ਪ੍ਰਵਿਰਤੀ ਦੇ ਬੰਦੇ ਨੇ। ਇਹਨਾਂ ਨੇ ਲੰਗਰ ਖੁਦ ਕਹਿ ਕੇ ਲਗਵਾਇਆ ਸਾਨੂੰ। ਜਦੋਂ ਅਸੀਂ ਨਿਸ਼ਾਨ ਸਾਹਿਬ ਚੜ੍ਹਾਇਆ ਨਾ,
ਤਾਂ ਇਹਨਾਂ ਦੇ ਵੱਲੋਂ ਹੀ ਆਫਰ ਆਈ ਸੀ ਵੀ ਇਹ ਕੀ ਕਰਨਾ। ਅਸੀਂ ਆਖਿਆ ਜੀ ਲੰਗਰ ਛਕਾਇਆ ਕਰਾਂਗੇ। ਇਹਨਾਂ ਨੇ ਫਿਰ ਸਾਨੂੰ ਇਹ ਇੱਧਰ ਪ੍ਰੇਰਿਆ ਕਿ ਤੁਸੀਂ ਲੰਗਰ ਲਗਾਓ। ਲੰਗਰ ਲਗਾਉਣ ਤੋਂ ਬਾਅਦ ਹੁਣ ਤੁਹਾਨੂੰ ਪਤਾ ਵੀ ਕੰਟੀਨ ਵੀ ਅਜੇ ਠੇਕੇ ਨਹੀਂ ਚੜ੍ਹੀ। ਉਹ ਸਾਹਮਣੇ ਕੈਫੇਟੇਰੀਆ ਹੈ, ਉਹ ਵੀ ਨਹੀਂ ਠੇਕੇ ਚੜ੍ਹਿਆ। ਉਹ ਇੱਧਰ ਅਮੂਲ ਵਾਲਿਆਂ ਦਾ ਖੋਖਾ ਜਿਹਾ ਉਹ ਸਾਹਮਣੇ, ਉੱਥੇ ਵੀ ਜਿੰਨਾ ਚਿਰ ਲੰਗਰ ਚੱਲਦਾ ਕੋਈ ਬੰਦਾ ਨਹੀਂ ਜਾਂਦਾ ਉੱਥੇ। ਉਹਨਾਂ ਨੇ ਥੋੜ੍ਹਾ ਬਹੁਤਾ ਕੀਤਾ ਵੀ ਹੈ। ਮੇਰੇ ਕੋਲ ਗੱਲ ਆਈ ਇਹ ਵੀ ਉਹਨਾਂ ਨੇ ਡਾਇਰੈਕਟਰ ਸਾਹਿਬ ਤੱਕ ਪਹੁੰਚ ਕੀਤੀ ਜੀ ਇੱਥੇ ਲੰਗਰ ਚੱਲਦਾ ਹੈ ਅਤੇ ਸਾਡਾ ਤਾਂ ਕਿਰਾਇਆ ਵੀ ਨਹੀਂ ਨਿਕਲਦਾ। ਤਾਂ ਡਾਇਰੈਕਟਰ ਸਾਹਿਬ ਨੇ ਕਿਹਾ ਵੀ ਇਹ ਤਾਂ ਬਾਬੇ ਨਾਨਕ ਦਾ ਲੰਗਰ ਹੈ, ਹੁਣ ਜਿਹੜਾ ਲੱਗ ਗਿਆ ਇਹ ਤਾਂ ਨਹੀਂ ਹਾਲਦਾ। ਹੁਣ ਤੁਸੀਂ ਤਾਂ ਆਸੇ ਪਾਸੇ ਹੋ ਸਕਦੇ ਹੋ, ਇਹ ਨਹੀਂ ਹੋ ਸਕਦਾ। ਅਤੇ ਇਹ ਗੱਲ ਤਾਂ ਹੈਗੀ ਆ ਬਕਾਇਦਾ, ਕਿਉਂਕਿ ਵਪਾਰੀ ਬੰਦੇ ਨੂੰ ਤਾਂ ਆਪਦੇ ਵਪਾਰ ਦਾ, ਉਹਨੇ ਤਾਂ ਇਹ ਸੋਚਣਾ ਹੈ ਵੀ ਇੱਥੇ ਇਹ ਲੰਗਰ ਸਿਸਟਮ ਜੇ ਨਾ ਹੋਵੇ ਤਾਂ ਕਮ ਸੇ ਕਮ ਉਹ ਲਾ ਲਓ ਹਿਸਾਬ ਚਾਹ ਦੇਣਗੇ ਥੋੜ੍ਹੀ ਜੀ, ਅਤੇ ਉਹ ਵੀ ਕੱਪਾਂ 'ਚ ਪਾ ਕੇ ਕੱਪਾਂ 'ਚ 10-20 ਰੁਪਏ ਦੇ ਕੇ। ਤੁਸੀਂ ਮੰਨਣਾ 350 ਤੋਂ ਲੀਟਰ ਤੋਂ ਉੱਤੇ ਚਾਹ ਲੱਗਦੀ ਹੈ। ਤੜਕੇ 6:30 ਵਜੇ 7 ਵਜੇ ਚਾਹ ਆ ਜਾਂਦੀ ਹੈ ਅਤੇ ਘੱਟੋ ਘੱਟ ਪਾਈਏ ਤੋਂ ਉੱਤੇ ਹਰੇਕ ਨੇ ਪੀਣੀ ਹੈ। ਕੋਈ ਅੱਧਾ ਕਿਲੋ ਵੀ ਪੀ ਜਾਂਦਾ ਅਤੇ ਚੰਗਾ ਦੁੱਧ ਆਉਂਦਾ। ਦੁੱਧ ਦੇ ਵਿੱਚ ਚੰਗੀ ਵਧੀਆ ਚਾਹ ਬਣਾ ਕੇ ਲਿਆਉਂਦੇ ਆ, ਪਿਓਰ ਦੁੱਧ ਦੀ। ਇਹ ਨਹੀਂ ਉਹਨਾਂ ਵਾਂਗੂ ਉਹ ਪੱਤਾ ਜਿਹਾ ਭਿਉਂ ਕੇ ਅਤੇ ਉਹ 10-20 ਰੁਪਏ ਲੈ ਲੈਂਦੇ ਨੇ ਹੈ ਜੀ। ਅਤੇ ਲੰਗਰ ਹੈ ਜਿਹੜਾ ਉਹ ਸਾਡਾ ਪੂਰਾ ਟੌਪ ਦਾ ਹੁੰਦਾ। ਹਾਂਜੀ, ਸਕੂਨ ਹੈ ਇੱਥੇ, ਬੋਰਡ ਥੱਲੇ ਵੀ ਬੈਠੇ ਹੋਏ ਹੋ, ਸੇਵਾ ਵੀ ਕਰ ਰਹੇ ਹੋ। ਉਹ ਤਾਂ ਜੀ ਜਦੋਂ ਬੰਦਾ ਕਿਸੇ ਮਨ ਲਾ ਕੇ ਸੇਵਾ ਕਰਦਾ ਨਾ, ਅਤੇ ਉਦੋਂ ਭਾਵੇਂ ਜਿੱਥੇ ਮਰਜ਼ੀ ਬੈਠੇ, ਚਾਹੇ ਠੰਡ ਹੋਏ ਚਾਹੇ ਗਰਮੀ ਹੋਏ, ਸਾਨੂੰ ਮਹਿਸੂਸ ਹੀ ਕਿ ਕੁਛ ਨਹੀਂ ਹੁੰਦਾ। ਹਾਂ, ਆਹ ਬੋਰਡ ਜਿਹੜਾ ਸੀ ਇਹ ਇੱਥੇ ਛੱਪੜ ਹੁੰਦਾ ਸੀ। ਇਹ ਬੋਰਡ ਛੱਪੜ ਦੇ ਕਿਨਾਰੇ ਸੀ। ਇੱਥੇ ਹੁਣ ਸਾਡੇ ਖੇਤ ਸੀ, ਅਸੀਂ ਖੇਡਦੇ ਹੀ ਰਹੇ ਹਾਂ ਇੱਥੇ। ਤਾਂ ਇਹ ਕੀ ਸੋਚਿਆ ਸੀ ਵੀ ਇਹ ਬੋਰਡ ਥੱਲੇ ਕਿਤੇ 24 ਘੰਟੇ ਲੰਗਰ ਵੀ ਲੱਗੀ ਜਾਏਗਾ ਅਤੇ ਸਕੂਨ ਮਿਲਦਾ ਸਾਨੂੰ ਪੂਰਾ ਜੀ। ਜਦੋਂ ਦੁਨੀਆ ਛਕਦੀ ਹੈ ਇੱਥੇ ਲੰਗਰ, ਚਾਹ ਪੀਂਦੀ ਹੈ, ਅਤੇ ਸਾਨੂੰ ਪੂਰਾ ਫੁੱਲ ਸਕੂਨ ਹੈ। ਸਾਨੂੰ ਸਾਰੇ ਆਪਦੇ ਧੀਆਂ ਪੁੱਤ ਲੱਗਦੇ ਨੇ, ਬਹੁਤ ਵਧੀਆ। ਬਾਪੂ ਜੀ, ਜੇ ਵੈਸੇ ਇਹ ਚੀਜ਼ ਨਾ ਹੁੰਦੀ ਜ਼ਿੰਦਗੀ ਦੇ ਵਿੱਚ, ਇਹ ਮੋੜ ਨਾ ਆਏ ਹੁੰਦੇ, ਤਾਂ ਕੀ ਸੋਚਿਆ ਸੀ ਕਿ ਜ਼ਿੰਦਗੀ 'ਚ ਕੀ ਕਰਨਾ ਹੈ? ਕੀ ਤੁਸੀਂ ਕੋਈ ਏਮ ਸੋਚਿਆ ਸੀ ਕਿ ਕਾਰੋਬਾਰੀ ਬਣਨਾ ਹੈ? ਕੀ ਤੁਹਾਡੇ ਦਿਮਾਗ ਦੇ ਵਿੱਚ ਉਹ ਚੀਜ਼ਾਂ ਸੀਗੀਆਂ ਜਦੋਂ ਆਪ ਤੁਸੀਂ ਨੌਜਵਾਨ ਸੀਗੇ? ਤਾਂ ਕੀ ਤੁਹਾਡੇ ਮਨਾਂ ਦੇ ਵਿੱਚ ਖਿਆਲ ਚੱਲਦੇ ਸੀ? ਵੇਖੋ ਜੀ, ਜਦੋਂ ਬੰਦਾ ਨੌਜਵਾਨ ਹੁੰਦਾ ਨਾ, ਉਦੋਂ ਤਾਂ ਉਹਦੇ ਬੜੇ ਖਿਆਲਾਤ ਚੱਲਦੇ ਨੇ, ਕਿਉਂਕਿ ਮੇਰੇ 'ਤੇ ਵੀ ਜਵਾਨੀ ਗਈ ਹੈ। ਮੈਂ ਵੀ ਆਫਟਰ ਆਲ ਕਾਲਜ 'ਚ ਪੜ੍ਹਿਆ, ਇਕਨੋਮਿਕਸ ਮੇਰੇ ਕੋਲ ਸਬਜੈਕਟ ਸੀ। ਚੰਗਾ ਮੈਂ ਬਿਜ਼ਨਸ ਕੀਤਾ, ਕਿਉਂਕਿ ਅਤੇ ਖਿਡਾਰੀ ਵੀ ਸੀ ਮੈਂ, ਪੂਰਾ ਇੰਟਰਵਿਊਸਟੀ ਲੈਵਲ ਦਾ ਖਿਡਾਰੀ ਸੀ। ਅਤੇ ਬੰਦਾ ਹੁਣ ਜਦੋਂ ਨੌਜਵਾਨ ਆ ਉਦੋਂ ਤਾਂ ਇਹ ਸੋਚਦਾ ਵੀ ਦਿਨ ਦੁੱਗਣੀ ਰਾਤ ਚੌਗੁਣੀ ਮੈਂ ਤਰੱਕੀ ਕਰਾਂ, ਵੱਧ ਤੋਂ ਵੱਧ ਪੈਸੇ ਕਮਾਵਾਂ। ਅਤੇ ਕਸਰ ਮੈਂ ਵੀ ਕੋਈ ਨਹੀਂ ਛੱਡੀ, ਬਹੁਤ ਪੈਸਾ ਕਮਾਇਆ, ਐਸੀ ਕੋਈ ਗੱਲ ਨਹੀਂ। ਪਰ ਗੱਲ ਉੱਥੇ ਆ ਕੇ ਫਿਰ ਆ ਜਾਂਦੀ ਹੈ ਵੀ ਸਾਰਾ ਕੁਛ ਪੈਸਾ ਵੀ ਹੈ ਨਹੀਂ। ਪੈਸਾ ਜਿੱਥੇ ਜੋ ਵੀ ਬੰਦਾ, ਜਿਹੜਾ ਇਨਸਾਨ ਹੈ ਨਾ, ਇਨਸਾਨ ਹਰ ਇੱਕ ਇਨਸਾਨ ਸਭ ਕੁਛ ਹੀ ਕਰ ਸਕਦਾ, ਪਰ ਉਹ ਟਾਰਗੇਟ ਚਾਹੀਦਾ ਕੋਈ। ਜਦੋਂ ਬੰਦੇ ਨੇ ਠਾਣ ਲਿਆ ਨਾ ਵੀ ਮੈਂ ਆਹ ਕੰਮ ਕਰਨਾ, ਉਹ ਕੰਮ ਹੋ ਜਾਂਦਾ, ਕਿਉਂਕਿ ਉਹਦਾ ਧਿਆਨ ਉਹਦੇ ਵਿੱਚ ਹੁੰਦਾ। ਮੈਂ ਜੋ ਵੀ ਕੰਮ ਕੀਤਾ ਧਿਆਨ ਲਾ ਕੇ ਕੀਤਾ, ਅਤੇ ਬਸ ਜਿਵੇਂ ਜਿਵੇਂ ਜ਼ਿੰਦਗੀ ਹੋ ਗਈ, ਜਿੱਧਰ ਨੂੰ ਤੁਰਿਆ ਗਿਆ ਉੱਧਰ ਨੂੰ ਤੁਰਿਆ ਗਿਆ। ਮਹਾਰਾਜ ਕਾਮਯਾਬੀ ਦਿੱਤੀ ਹੈ। ਆਹ ਕਿਹੜਾ ਪਤਾ ਸੀ ਵੀ ਲੰਗਰ ਦੇ ਵਿੱਚ ਵੀ ਕਾਮਯਾਬੀ ਮਿਲੇਗੀ। 5 ਲੀਟਰ ਚਾਹ ਤੋਂ ਸ਼ੁਰੂ ਕੀਤਾ, 5 ਕਿਲੋ ਆਟੇ ਤੋਂ ਸ਼ੁਰੂ ਕੀਤਾ ਸੀ, ਅਤੇ 2 ਕੁਆਂਟਲ ਆਟਾ ਲੱਗਣ ਲੱਗ ਗਿਆ, ਅਤੇ ਇੰਨੀ ਚਾਹ ਲੱਗਦੀ ਅਤੇ 24 ਘੰਟੇ ਲੰਗਰ ਦੇ ਵਿੱਚ, ਗੁਰਦੁਆਰੇ ਦੇ ਵਿੱਚ ਲੰਗਰ ਬਣਾਈ ਜਾਂਦੀ ਸੰਗਤ, ਅਤੇ ਦੁਨੀਆ ਛਕੀ ਜਾਂਦੀ ਹੈ। ਅਤੇ ਆਪ ਨੂੰ ਇਹ ਪਤਾ ਹੀ ਨਹੀਂ ਸੀ ਵੀ ਇਸ ਕੰਮ ਵੱਲ ਵੀ ਆ ਜਾਵਾਂਗੇ। ਅਤੇ ਹੁਣ ਅੱਗੇ ਮਹਾਰਾਜ ਨੂੰ ਇਹੀ ਬੇਨਤੀ ਕਰਦੇ ਹਾਂ ਵੀ ਸੱਚੇ ਪਾਤਸ਼ਾਹ ਹੁਣ ਇੱਥੇ ਹੀ ਲਾਈ ਰੱਖੀ। ਹੋਰ ਦੁਨੀਆ ਦੇ ਬੜੇ ਕੰਮ ਕੀਤੇ ਆ, ਵਪਾਰ ਵੀ ਕੀਤਾ, ਹਾਂ, ਪਰ ਕਿਸੇ ਪਾਸੇ ਸਕੂਨ ਨਹੀਂ ਮਿਲਿਆ। ਹੁਣ ਇੱਥੇ ਆ ਕੇ ਸਕੂਨ ਹੈ। ਹਾਂ, ਆਪਦੀ ਜ਼ਿੰਦਗੀ ਵਧੀਆ ਹੈ। ਧੰਨਵਾਦ ਬਾਪੂ ਜੀ ਗੱਲਬਾਤ ਦੇ ਲਈ। ਤਾਂ ਖਾਸ ਤੌਰ ਦੇ ਉੱਤੇ ਬਾਪੂ ਜੀ ਉਹਨਾਂ ਨਾਲ ਗੱਲਬਾਤ ਕਰਨ ਦਾ ਮਕਸਦ ਇਹੀ ਸੀ ਕਿ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਕਿੱਸੇ ਸਾਂਝੇ ਕੀਤੇ ਨੇ, ਤਾਂ ਅੰਦਾਜ਼ਾ ਤੁਸੀਂ ਵੀ ਲਗਾ ਸਕਦੇ ਹੋ ਕਿ ਮਾਇਆ, ਚੀਜ਼ਾਂ, ਦੁਨਿਆਵੀ ਚੀਜ਼ਾਂ, ਇਹ ਸਭ ਇੱਕ ਪਾਸੇ ਰਹਿ ਜਾਂਦੀਆਂ ਨੇ। ਜੋ ਅਸਲ ਸਕੂਨ ਦੀ ਉਹਨਾਂ ਨੇ ਗੱਲ ਕੀਤੀ ਹੈ, ਜਾਂ ਕਹਿ ਲਓ ਕਿ ਜੋ ਗੁਰੂ ਦੇ ਲੜ ਲੱਗ ਕੇ ਸੇਵਾ ਕਰਨ ਦੀ ਗੱਲ ਕੀਤੀ ਹੈ, ਉਸਨੇ ਇੱਕ ਆਪਣੇ ਤੌਰ ਦੇ ਉੱਤੇ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਨਵਾਂ ਰੰਗ ਲੈ ਕੇ ਆਇਆ। ਔਰ ਹੁਣ
ਬਾਪੂ ਜੀ ਹੁਣੀ ਇਸੇ ਤਰੀਕੇ ਦੇ ਨਾਲ ਸੇਵਾ ਜਿਹੜੀ ਹੈ ਉਹ ਹਸਪਤਾਲ ਦੇ ਵਿੱਚ ਕਰ ਰਹੇ ਨੇ। ਕੈਮਰਾ ਪਰਸਨ ਦਵਿੰਦਰ ਦੇ ਨਾਲ ਗਗਨਦੀਪ ਸਿੰਘ, ਪ੍ਰੋ ਪੰਜਾਬ ਟੀਵੀ, ਬਠਿੰਡਾ।